ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਦੇਖੋ ਹਾਲ ਦੇ ਦਿਨਾਂ ਵਿੱਚ ਨਾ UPI ਨੂੰ ਲੈ ਕੇ ਇੱਕ ਖਬਰ ਆਈ ਹੈ ਜਿਹੜੀ ਬਹੁਤ ਲੋੜਿੰਦਾ ਖਬਰ ਹੈਗੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ, ਸਾਡੇ ਐਗਜ਼ਾਮੀਨੇਸ਼ਨ ਦੇ ਲਈ ਤੇ ਵੈਸੇ ਵੀ ਆਪਣੀ ਨਾਰਮਲ ਜਿਹੜਾ ਜੀਵਨ ਚੱਲ ਰਿਹਾ ਹੈ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਖਬਰ ਹੈਗੀ ਹੈ UPI ਦੇ ਸੰਬੰਧਿਤ। ਤਾਂ ਸਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਬਟ ਇਹ ਜਿਹੜੀ ਖਬਰ ਹੈ ਇਸ ਨੂੰ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀ ਆਪਣੇ ਦੇਸ਼ ਦੇ ਵਿੱਚ ਪੇਮੈਂਟ ਦਾ ਸਿਸਟਮ ਹੁੰਦਾ ਨਾ, ਪੇਮੈਂਟ ਕਿੱਦਾਂ ਚੱਲਦੀਆਂ, UPI ਕੀ ਹੈ, ਉਹਦੇ ਬਾਰੇ ਸਾਰਾ ਕੁਝ ਦੱਸ ਦਿੰਦਾ। ਦੇਖੋ ਸਾਡੇ ਦੇਸ਼ ਦੇ ਵਿੱਚ ਜਿਹੜੀ ਪੇਮੈਂਟ ਸਿਸਟਮ ਹੈ ਨਾ, ਪੇਮੈਂਟ ਐਂਡ ਸੈਟਲਮੈਂਟ ਸਿਸਟਮ, ਉਹ ਚੱਲਦਾ ਹੈ ਇੱਕ ਐਕਟ ਨਾਲ, ਐਕਟ ਆਫ ਪਾਰਲੀਮੈਂਟ ਨਾਲ। ਉਹ ਐਕਟ ਆਫ ਪਾਰਲੀਮੈਂਟ ਹੈਗਾ ਪੇਮੈਂਟ ਐਂਡ ਸੈਟਲਮੈਂਟ ਸਿਸਟਮ ਆਫ ਇੰਡੀਆ। ਠੀਕ ਹੈ, ਤਾਂ ਪੇਮੈਂਟ ਐਂਡ ਸੈਟਲਮੈਂਟ ਐਕਟ ਜਿਹੜਾ ਹੈਗਾ ਉਸ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਆਧਾਰ ਤੇ ਹੀ ਤੁਸੀਂ ਪੇਮੈਂਟ ਸਿਸਟਮ ਨੂੰ ਰਨ ਕਰਦੇ ਹੋ। ਨਾਓ ਡਿਫਰੈਂਟ ਟਾਈਪਸ ਆਫ ਪੇਮੈਂਟ ਸਿਸਟਮਸ ਹੈਗੇ। UPI ਤਾਂ ਇੱਕ ਹੈ, ਚੈੱਕ ਦਾ ਸਿਸਟਮ ਇੱਕ ਹੈ, ਠੀਕ ਹੈ, ਡਿਮਾਂਡ ਡਰਾਫਟ ਦਾ ਇੱਕ ਹੋਰ ਸਿਸਟਮ ਹੈਗਾ ਤੇ ਆਨਲਾਈਨ ਪੇਮੈਂਟਸ ਲਈ IMPS, RTGS ਵਗੈਰਾ ਵਗੈਰਾ ਬਹੁਤ ਸਾਰੇ ਪੇਮੈਂਟ ਸਿਸਟਮਸ ਹੈਗੇ ਆ। ਇਹ ਸਾਰੇ ਪੇਮੈਂਟ ਸਿਸਟਮਸ ਪੇਮੈਂਟ ਐਂਡ ਸੈਟਲਮੈਂਟ ਐਕਟ ਦੇ ਅੰਤਰਗਤ ਜਿਹੜੇ ਰੂਲਸ ਹੋਣਗੇ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਗੇ। ਠੀਕ ਹੈ, ਨਾ ਭਾਰਤ ਦੇਸ਼ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਵੀ ਬਣੀ ਹੋਈ ਹੈ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ, NPCI। ਇਹ ਜਿਹੜੀ ਆਰਗੇਨਾਈਜੇਸ਼ਨ ਹੈ ਭਾਰਤ ਦੇਸ਼ ਦੇ ਵਿੱਚ ਸਾਰੀ ਜਿਹੜੀ ਸਿਸਟਮ ਹੈਗਾ ਨਾ ਪੇਮੈਂਟ ਨੂੰ ਲੈ ਕੇ, ਉਹ ਇਸ ਦੇ ਹਿਸਾਬ ਨਾਲ ਹੀ ਚੱਲਦਾ ਹੈ। ਇਹ ਸਾਰੇ ਨੂੰ ਚਲਾਉਂਦਾ ਹੈ, ਠੀਕ ਹੈ, ਸਾਰੇ ਪੇਮੈਂਟ ਸਿਸਟਮ ਨੂੰ NPCI। ਠੀਕ ਹੈ, ਨਾਓ NPCI ਜਿਹੜਾ ਹੈਗਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ, ਇਟ ਇਜ਼ ਓਨਡ ਬਾय RBI ਐਂਡ ਇੰਡੀਅਨ ਬੈਂਕਸ ਐਸੋਸੀਏਸ਼ਨ। ਇਹ ਤੁਸੀਂ ਯਾਦ ਰੱਖਣਾ। ਤਾਂ ਦੇਖੋ NPCI ਚਲਾਊਗਾ ਸਾਰਾ ਪੇਮੈਂਟ ਸਿਸਟਮ, ਕਿਸ ਹਿਸਾਬ ਨਾਲ ਚਲਾਊਗਾ? ਪੇਮੈਂਟ ਐਂਡ ਸੈਟਲਮੈਂਟ ਐਕਟ ਦੇ ਹਿਸਾਬ ਨਾਲ। ਠੀਕ ਹੈ, ਤੇ NPCI ਦੇ ਓਨਰ ਕੌਣ ਨੇ? RBI ਤੇ ਇੰਡੀਅਨ ਬੈਂਕਸ ਐਸੋਸੀਏਸ਼ਨ। ਇਹ ਇੰਡੀਅਨ ਬੈਂਕਸ ਐਸੋਸੀਏਸ਼ਨ ਕਿਹੜੀ ਹੈ, ਕੀ ਹੈ? ਇਸ ਦੇ ਵਿੱਚ ਬਹੁਤ ਸਾਰੇ ਬੈਂਕਸ ਮੈਂਬਰਸ ਹੈਗੇ ਆ। ਠੀਕ ਹੈ, ਤਾਂ ਇਹ ਸਾਰਾ ਕੁਝ ਚਲਾਉਂਦੇ ਆ ਨਾ। ਕਹਿੰਦੇ NPI ਦੀ ਬਹੁਤ ਵੱਡੀ ਸਕਸੈਸ ਸਟੋਰੀ ਸੀਗੀ UPI, ਯੂਨੀਫਾਈਡ ਪੇਮੈਂਟ ਇੰਟਰਫੇਸ, ਕਿਉਂਕਿ ਅੱਜ ਕੱਲ ਸਾਰਾ ਹਿੰਦੁਸਤਾਨ UPI ਦੇ ਹਿਸਾਬ ਨਾਲ ਪੇਮੈਂਟ ਕਰ ਰਿਹਾ, UPI ਨੂੰ ਯੂਜ਼ ਕਰਕੇ ਹੀ ਪੇਮੈਂਟ ਕਰ ਰਿਹਾ ਹੈ ਨਾ। ਤਾਂ ਇਸੇ ਕਰਕੇ UPI ਬਹੁਤ ਵੱਡੀ ਅਚੀਵਮੈਂਟ ਹੈਗੀ ਹੈ NPCI ਦੀ। ਇੰਡੀਆ ਦੇ ਵਿੱਚ ਆਨਲਾਈਨ ਪੇਮੈਂਟਸ ਦਾ ਜਿਹੜਾ ਲੈਵਲ ਹੈ ਉਹ ਉੱਚਾ ਹੋ ਗਿਆ ਬਿਕੋਜ਼ ਆਫ UPI ਐਂਡ UPI ਲੈ ਕੇ ਆਇਆ ਸੀ NPCI। ਠੀਕ ਹੈ ਨਾ, ਹੁਣ ਅਸੀਂ ਖਬਰ ਵੱਲ ਰੁਖ ਕਰਦੇ ਹਾਂ। ਖਬਰ ਕੀ ਆਈ ਹੈ? ਦੇਖੋ ਅਸੀਂ ਜਿਹੜੀ UPI ਪੇਮੈਂਟਸ ਕਰਦੇ ਹਾਂ ਨਾ, ਉਹ ਕਰਦੇ ਕੀ ਹੈ? ਸਾਡੇ ਕੋਲ ਐਪ ਹੁੰਦੀ ਹੈ Paytm, Google Pay, Bharat Pay, Phone Pay, ਜਿਹੜੀਆਂ ਐਪਸ ਹੈਗੀਆਂ, ਇਸ ਦੇ ਰਾਹੀਂ ਅਸੀਂ ਇੱਕ ਬੈਂਕ ਅਕਾਊਂਟ ਚੋਂ ਦੂਜੇ ਬੈਂਕ ਅਕਾਊਂਟ ਦੇ ਵਿੱਚ ਫੰਡ ਟ੍ਰਾਂਸਫਰ ਕਰਦੇ ਹਾਂ। ਰਾਈਟ, ਪੇਮੈਂਟ ਦੇ ਲਈ ਵੀ ਇਹੀ ਕਰਨਾ ਹੁੰਦਾ। QR ਕੋਡ ਆਉਣਗੇ, ਤੁਸੀਂ ਸਕੈਨ ਕਰੋਗੇ, ਇੱਕ ਅਕਾਊਂਟ ਚੋਂ ਦੂਜੇ ਅਕਾਊਂਟ ਵੱਲ ਤੁਸੀਂ ਪੈਸਾ ਟ੍ਰਾਂਸਫਰ ਕਰਦੇ ਹੋ। ਇਹ ਤਾਂ UPI ਦਾ ਸਿਸਟਮ ਹੈ, ਇਹਦੀ ਡੈਪਥ ਦੇ ਵਿੱਚ ਨਹੀਂ ਮੈਂ ਜਾ ਰਿਹਾ, ਬਸ ਇਹ ਤੁਹਾਨੂੰ ਦੱਸ ਰਿਹਾ ਕਿ ਇਹੀ ਹੁੰਦਾ, ਤੁਹਾਨੂੰ ਵੀ ਪਤਾ ਹੈ। ਠੀਕ ਹੈ ਨਾ, ਪੇਮੈਂਟ ਲਈ ਨਾ ਇੱਕ ਹੋਰ ਸਿਸਟਮ ਹੈਗਾ ਜਿਸ ਨੂੰ ਅਸੀਂ ਕਹਿੰਦੇ ਹਾਂ ਵਾਲਟ ਸਿਸਟਮ। Paytm ਦੇ ਵਿੱਚ ਨਾ ਵਾਲਟ ਹੁੰਦਾ ਹੈ, Paytm ਵਾਲਟ। Amazon ਦੇ ਵਿੱਚ ਵੀ ਵਾਲਟ ਹੁੰਦਾ ਹੈ, Amazon ਵਾਲਟ। ਜਦ ਤੁਸੀਂ Amazon ਦੀ ਵੈਬਸਾਈਟ ਤੇ ਜਾ ਕੇ ਸ਼ਾਪਿੰਗ ਵਗੈਰਾ ਕਰਦੇ ਹੋ ਤਾਂ ਇਹ ਵਾਲਟਸ ਹੁੰਦੇ ਆ। ਵਾਲਟ ਦਾ ਸਿਸਟਮ ਕੀ ਹੈ? WALLET। ਵਾਲਟ ਦੇ ਵਿੱਚ ਨਾ ਤੁਸੀਂ ਪਹਿਲਾਂ ਹੀ ਪੈਸੇ ਜਮ੍ਹਾਂ ਕਰਵਾ ਦਿੰਦੇ ਹੋ, ਰਾਈਟ। ਫਿਰ ਜਿੰਨੀ ਵੀ ਤੁਸੀਂ ਸ਼ਾਪਿੰਗ ਕਰਨੀ ਆ ਉਸ ਵਾਲਟ ਚੋਂ ਪੈਸੇ ਕੱਟਦੇ ਜਾਣਗੇ, ਰਾਈਟ। ਤਾਂ ਇਹ ਜਿਹੜਾ ਵਾਲਟ ਵਾਲਾ ਸਿਸਟਮ ਹੈ ਨਾ, ਇਸ ਨੂੰ ਅਸੀਂ ਆਖਦੇ ਹਾਂ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ। ਠੀਕ ਹੈ, ਤਾਂ ਇਹ ਜਿਹੜਾ Paytm ਵਾਲਟ ਹੈ, Amazon ਵਾਲਟ ਹੈ, Google ਵਾਲਟ ਹੈ, ਇਸ ਨੂੰ ਅਸੀਂ PPI ਆਖਦੇ ਹਾਂ, ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ, ਕਿਉਂਕਿ ਇਸ ਵਾਲਟ ਦੇ ਵਿੱਚ ਤੁਸੀਂ ਪਹਿਲਾਂ ਪੇਮੈਂਟ ਕਰ ਰਹੇ ਹੋ, ਉਦੋਂ ਬਾਅਦ ਤੁਸੀਂ ਸ਼ਾਪਿੰਗ ਵਗੈਰਾ ਕਰਦੇ ਹੋ, ਰਾਈਟ। ਹੁਣ NPCI ਇੱਕ ਹੋਰ ਸਹੂਲਤ ਲੈ ਕੇ ਆਇਆ ਹੈ। NPCI ਕਹਿੰਦਾ ਹੈ ਕਿ ਇਹ ਜਿਹੜੇ ਵਾਲਟਸ ਹੈਗੇ ਆ ਨਾ, ਇਹਨਾਂ ਨੂੰ ਤੁਸੀਂ UPI ਨਾਲ ਲਿੰਕ ਕਰ ਦਿਓ। ਠੀਕ ਹੈ, ਲਿੰਕ ਕਰ ਸਕਦੇ ਹੋ। ਤਾਂ ਜਿਹੜੇ ਜਿੱਦਾਂ ਕਿ Paytm ਹੋ ਗਿਆ, Amazon ਹੋ ਗਿਆ, ਹੁਣ ਇਹ ਜਿਹੜੇ ਵਾਲਟਸ ਦਾ ਸਿਸਟਮ ਹੈ, PPI ਦਾ ਸਿਸਟਮ ਹੈ, ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਦਾ ਸਿਸਟਮ ਹੈ, ਇਸ ਨੂੰ ਤੁਸੀਂ UPI ਨਾਲ ਲਿੰਕ ਕਰ ਸਕਦੇ ਹੋ। ਪਹਿਲਾਂ ਲਿੰਕਡ ਨਹੀਂ ਸੀਗਾ। ਪਹਿਲਾਂ ਪਤਾ ਕੀ ਹੁੰਦਾ ਸੀ? ਜੇ ਤੁਸੀਂ Paytm ਮਾਲ, ਜਿਹੜੇ Paytm ਦੀ ਐਪ ਹੈ ਉਸ ਦੇ ਵਿੱਚ ਤੁਸੀਂ ਸ਼ਾਪਿੰਗ ਕਰਨੀ ਹੈ, ਕੁਝ ਵੀ ਸਮਾਨ ਖਰੀਦਣਾ ਹੈ ਨਾ, ਤਾਂ ਤੁਸੀਂ ਵਾਲਟ ਚੋਂ ਪੇਮੈਂਟ ਕਰ ਦਿੰਦੇ ਸੀ। ਪਰ ਤੁਸੀਂ ਵਾਲਟ ਚੋਂ ਕਿਸੇ ਹੋਰ ਬੰਦੇ ਦੇ ਬੈਂਕ ਅਕਾਊਂਟ 'ਚ ਪੈਸਾ ਨਹੀਂ ਟ੍ਰਾਂਸਫਰ ਕਰ ਸਕਦੇ। ਜੇ ਤੁਹਾਡੇ ਕੋਲ ਪੈਸਾ ਪਿਆ ਹੈ Amazon ਵਾਲਟ ਦੇ ਵਿੱਚ, ਤਾਂ ਤੁਸੀਂ ਉਸ ਨੂੰ ਯੂਜ਼ ਕਰਕੇ Amazon ਵੈਬਸਾਈਟ ਤੇ ਹੀ ਸ਼ਾਪਿੰਗ ਕਰ ਸਕਦੇ ਹੋ, ਕਿਸੇ ਬੰਦੇ ਦੇ ਬੈਂਕ ਅਕਾਊਂਟ 'ਚ ਪੈਸਾ ਨਹੀਂ ਟ੍ਰਾਂਸਫਰ ਕਰ ਸਕਦੇ, ਰਾਈਟ। ਬਿਕੋਜ਼ ਜਿਹੜੇ ਵਾਲਟ ਸੀਗੇ
ਉਹ ਲਿੰਕਡ ਨਹੀਂ ਸੀਗੇ UPI ਨਾਲ। ਹੁਣ NPCI ਕਹਿੰਦਾ ਹੈ ਕਿ ਤੁਸੀਂ ਲਿੰਕ ਕਰ ਸਕਦੇ ਹੋ। ਹੁਣ ਕਿਸੇ ਦੇ ਕੋਲ ਵਾਲਟ ਦੇ ਵਿੱਚ ਜਾਂ PPI ਕਹਾਂਗੇ ਅਸੀਂ, ਵਾਲਟ ਦੇ ਵਿੱਚ ਜਾਂ PPI ਦੇ ਵਿੱਚ ਪੈਸਾ ਪਿਆ ਹੈ ਤਾਂ ਉਹ ਕਿਸੇ ਹੋਰ ਬੰਦੇ ਨੂੰ ਟ੍ਰਾਂਸਫਰ ਕਰ ਸਕਦਾ ਹੈ, ਬਿਕੋਜ਼ ਨਾਓ ਇਟ ਇਜ਼ ਅਲਾਉਡ ਕਿ ਤੁਸੀਂ ਵਾਲਟਸ ਨੂੰ UPI ਦੇ ਇਨਫਰਾਸਟ੍ਰਕਚਰ ਨਾਲ ਲਿੰਕ ਕਰ ਸਕਦੇ ਹੋ। UPI ਦਾ ਜਿਹੜਾ ਬੈਕਐਂਡ ਇਨਫਰਾਸਟ੍ਰਕਚਰ ਹੈ ਉਹ NPCI ਨੇ ਬਣਾਇਆ ਹੋਇਆ ਹੈ। ਹੁਣ NPCI ਤੁਹਾਨੂੰ ਸਹੂਲਤ ਦਿੰਦਾ ਹੈ ਕਿ ਤੁਸੀਂ ਲਿੰਕ ਕਰ ਦਿਓ। ਠੀਕ ਹੈ, ਬੜੀ ਸਿੰਪਲ ਜੀ ਗੱਲ ਹੈ। ਬਸ ਇੱਕ ਹੋਰ ਕੈਵੀਐਟ ਐਡ ਕਰਤਾ NPCI ਨੇ। NPCI ਨੇ ਕਿਹਾ ਹੈ ਕਿ ਵਾਲਟ ਰਾਹੀਂ ਜਦ ਤੁਸੀਂ UPI ਪੇਮੈਂਟਸ ਕਰ ਰਹੇ ਹੋ, ਠੀਕ ਹੈ, ਤਾਂ ਤੁਹਾਨੂੰ ਇੱਕ ਫੀਸ ਦੇਣੀ ਪੈਣੀ ਹੈ। ਜਿੰਨੀ ਵੀ ਤੁਸੀਂ ਟ੍ਰਾਂਜੈਕਸ਼ਨ ਕਰ ਰਹੇ ਹੋ ਉਸ ਦਾ 1.1% ਫੀਸ ਦੇਣੀ ਹੈ। ਬਟ ਦਿਸ ਇਜ਼ ਵੈਲਿਡ ਓਨਲੀ ਫॉर ਟ੍ਰਾਂਜੈਕਸ਼ਨਸ that are greater than 2000 rupees। ਤੇ ਜੇ ਤੁਸੀਂ ਆਪਣੇ ਵਾਲਟ ਚੋਂ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਟ੍ਰਾਂਸਫਰ ਕਰ ਰਹੇ ਹੋ ਜਿਹੜਾ 2000 ਰੁਪਏ ਤੋਂ ਜ਼ਿਆਦਾ ਹੈ, ਠੀਕ ਹੈ, 2000 ਰੁਪਏ ਤੋਂ ਵੱਧ ਹੈ, ਤਾਂ 1.1% ਦੀ ਫੀਸ ਦੇਣੀ ਪੈਣੀ ਹੈ। ਠੀਕ ਹੈ, ਮੰਨ ਲਓ ਤੁਸੀਂ ਕਿਸੇ ਨੂੰ ਆਪਣੇ ਵਾਲਟ ਚੋਂ 5000 ਰੁਪਏ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਰਹੇ ਹੋ, ਰਾਈਟ। ਨਾਓ 5000 ਦਾ 1.1% ਲਗਭਗ 50 ਰੁਪਏ ਦੇ ਨੇੜੇ ਤੇੜੇ ਹੋਣਾ ਹੈ ਨਾ। ਤਾਂ ਤੁਸੀਂ 5000 ਪੇਮੈਂਟ ਤਾਂ ਕਰ ਰਹੇ ਹੋ, ਪਰ 50 ਰੁਪੀਜ਼ ਐਜ਼ ਫੀਸ ਜਾਊਗੀ NPCI ਕੋਲ। ਠੀਕ ਹੈ, 1.1%, ਬਟ ਓਨਲੀ ਫॉर ਟ੍ਰਾਂਜੈਕਸ਼ਨਸ that are greater than 2000। ਜੇ ਤੁਸੀਂ 500 ਰੁਪਏ ਟ੍ਰਾਂਸਫਰ ਕਰ ਰਹੇ ਹੋ, 1000 ਰੁਪਏ ਟ੍ਰਾਂਸਫਰ ਕਰ ਰਹੇ ਹੋ, 1500 ਰੁਪਏ ਟ੍ਰਾਂਸਫਰ ਕਰ ਰਹੇ ਹੋ ਆਪਣੇ ਵਾਲਟ ਚੋਂ ਕਿਸੇ ਹੋਰ ਬੰਦੇ ਦੇ ਬੈਂਕ ਅਕਾਊਂਟ 'ਚ UPI ਨੂੰ ਯੂਜ਼ ਕਰਦੇ ਹੋਏ, ਤਾਂ ਇਹ ਫੀਸ ਦੇਣ ਦੀ ਲੋੜ ਨਹੀਂ ਹੈ। ਠੀਕ ਹੈ, ਬਸ ਇਹੀ ਖਬਰ ਸੀਗੀ। ਨਾਓ ਇਸ ਖਬਰ ਦਾ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸ ਚੁੱਕਿਆ, NPCI ਬਾਰੇ ਦੱਸ ਚੁੱਕਿਆ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਭਾਰਤ ਦੇਸ਼ ਦੇ ਵਿੱਚ ਜਿੰਨੀ ਵੀ ਪੇਮੈਂਟ ਦੀ ਪ੍ਰਣਾਲੀ ਹੈਗੀ ਹੈ, ਜਿੰਨੀ ਵੀ ਪੇਮੈਂਟ ਦਾ ਸਿਸਟਮ ਹੈਗਾ, ਉਹ ਸਾਰਾ ਕੁਝ NPCI ਮੈਨੇਜ ਕਰਦਾ ਹੈ। ਪਰ ਕਿਹੜੇ ਰੂਲਸ ਦੇ ਹਿਸਾਬ ਨਾਲ ਕਰਦਾ ਹੈ? ਪੇਮੈਂਟ ਐਂਡ ਸੈਟਲਮੈਂਟ ਐਕਟ ਦੇ ਤਹਿਤ। ਤੇ NPCI ਇਜ਼ ਓਨਡ ਬਾय RBI ਤੇ ਇੰਡੀਅਨ ਬੈਂਕਸ ਐਸੋਸੀਏਸ਼ਨ। ਤੇ ਇਹ ਸਾਰਾ ਵਾਲਟ ਨੂੰ ਅਸੀਂ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਕਹਿਣਾ ਹੈ, PPI। ਤਾਂ ਇਹ PPI ਕੀ ਹੁੰਦੇ ਆ? PPI ਦੀ ਨਾ ਐਕਚੁਅਲ ਦੇ ਵਿੱਚ ਡੈਫੀਨੇਸ਼ਨ ਦਿੱਤੀ ਹੋਈ ਹੈ ਪੇਮੈਂਟ ਐਂਡ ਸੈਟਲਮੈਂਟ ਐਕਟ ਦੇ ਵਿੱਚ, ਰਾਈਟ। ਤਾਂ ਇਹ ਵਾਲਟ ਦਾ ਸਿਸਟਮ ਬਹੁਤ ਪੁਰਾਣਾ ਹੈ। ਤਾਂ ਵਾਲਟ ਨੂੰ ਤੁਸੀਂ UPI ਨਾਲ ਲਿੰਕ ਕਰਨਾ ਹੈ ਤਾਂ NPCI ਤੁਹਾਨੂੰ ਸਹੂਲਤ ਪ੍ਰੋਵਾਈਡ ਕਰਦਾ ਹੈ। ਠੀਕ ਹੈ, ਬਸ ਇਹੀ ਖਬਰ ਸੀਗੀ। ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਦੱਸਤਾ। ਹੁਣ ਇਹ ਤੁਹਾਡੇ ਪ੍ਰੀਖਿਆਵਾਂ ਲਈ ਬਹੁਤ ਜ਼ਿਆਦਾ ਲੋੜਿੰਦਾ ਚੀਜ਼ ਹੈਗੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਕੋਈ ਵੀ ਸਵਾਲ ਤੁਹਾਡੇ ਤੋਂ ਪੁੱਛ ਲੈਂਦੇ ਤੁਹਾਡੀ ਪ੍ਰੀਖਿਆਵਾਂ ਦੇ ਵਿੱਚ, ਹੁਣ ਤੁਸੀਂ ਰੈਡੀ ਹੋ। ਠੀਕ ਹੈ ਜੀ, ਚਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ ਸੋ ਮਚ।